ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹ ਤਨ ਕੈ ਮਨ ਵਸਿਆ, ਦਿਲ ਧੁਰੋਂ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰੂ ਗਰੀਬ ਨਿਵਾਜ, ਬਾਣੀ ਕੇ ਬੋਹਿਥ ਨਾਮ ਦੇ ਜਹਾਜ, ਹਲਤ ਪਲਤ ਦੇ ਮਾਲਿਕ, ਸਮੁੱਚੇ ਕਾਇਨਾਤ ਨੂੰ ਢੋਈ ਦੇਵਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ 'ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡ ਭਾਗੇ ਹੋ। ਸਤਿਗੁਰਾਂ ਦੀ ਨਦਰ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਲੜੀਵਾਰ ਚੱਲ ਰਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਜੀ ਦੀ ਵਿਚਾਰ ਚੱਲਦੀ ਹੈ। ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨਾਂ ਦੇ ਉੱਤੇ ਅਸੀਂ 15 ਪੌੜੀਆਂ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ 16ਵੀਂ ਪੌੜੀ ਦੀ ਵਿਚਾਰ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਹੈ। ਗੁਰਦੇਵ ਪਾਤਸ਼ਾਹ ਨੇ ਆਨੰਦ ਤਾਈਂ ਪਹੁੰਚਣ ਦੇ ਵਾਸਤੇ ਵੱਖ-ਵੱਖ ਪੜਾਵਾਂ ਦੀ ਗੱਲ ਕਰਦਿਆਂ ਹੋਇਆਂ, ਵੱਖ-ਵੱਖ ਰੂਪਾਂ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਗੁਰਬਾਣੀ ਦੀ ਸੂਝੀ ਦੇ ਰਾਹੀਂ ਸਮਝਾਉਂਦੇ ਪਏ ਨੇ ਕਿ ਕਿਵੇਂ ਕਿਵੇਂ ਜੀਵ ਆਤਮਿਕ ਆਨੰਦ ਦੇ ਤਾਈਂ ਪਹੁੰਚ ਸਕਦਾ ਹੈ। ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਮਨ ਬਿਰਤੀਆਂ ਇਕਾਗਰ ਕਰਦੀਆਂ ਹੋਈਆਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਹਾਜ਼ਰੀ ਭਰਦਿਆਂ ਹੋਈਆਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਨੇ ਪਿਛਲੀ ਪੌੜੀ ਦੇ ਅੰਦਰ ਜੋ ਬਚਨ ਕੀਤੇ ਸਨ ਕਿ ਜਿਹੜੇ ਪ੍ਰਭੂ ਪਰਮਾਤਮਾ ਜਿਵੇਂ ਜਿਵੇਂ ਉਹ ਆਖਦਾ ਹੈ ਉਹਦੇ ਨਾਲ ਜਦੋਂ ਉਹ ਚੱਲਣਾ ਸ਼ੁਰੂ ਕਰ ਦਿੰਦਾ ਹੈ, ਆਤਮਿਕ ਆਨੰਦ ਦੀ ਦਾਤ ਅਨਮੋਲਕ ਪਰਮਾਤਮਾ ਆਪਣੇ ਹੱਥ ਦੇ ਵਿੱਚ ਰੱਖੀ ਹੋਈ ਹੈ। ਜਦੋਂ ਇਨਸਾਨ ਪਰਮਾਤਮਾ ਦੇ ਚਰਨਾਂ ਦੇ ਵੱਲ ਪ੍ਰੇਰਨਾ ਹੁੰਦੀ ਹੈ ਤੇ ਪਰਮਾਤਮਾ ਦੇ ਦਰੋਂ ਘਰੋਂ ਮਿਹਰ ਪ੍ਰਾਪਤ ਹੋਣ ਦੇ ਨਾਲ ਜੀਵ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਜਾਂ ਆਤਮਿਕ ਆਨੰਦ ਨੂੰ ਮਾਨਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਆਨੰਦ ਆਉਂਦਾ ਹੈ ਤਾਂ ਸੱਚੇ ਪਾਤਸ਼ਾਹ ਉਸ ਅਵਸਥਾ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਸਮਝਾਉਣ ਲੱਗੇ। ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਮਝਾਉਂਦਿਆਂ ਹੋਇਆਂ ਬਚਨ ਕਹਿਣ ਲੱਗੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਸੋਹਿਲਾ, ਸੋਹਿਲਾ ਤੋਂ ਭਾਵ ਹੈ ਖੁਸ਼ੀ ਦੇ ਗੀਤ, ਚਾਉ ਦੇ ਗੀਤ। ਜਿਸ ਸਮੇਂ ਜੀਵ ਆਤਮਾ ਦੀ ਪਰਮਾਤਮਾ ਦੇ ਨਾਲ ਤਾਂਘ ਜਾਂ ਸਾਂਝ ਪੈਂਦੀ ਹੈ,
ਉਸ ਸਮੇਂ ਗਾਏ ਜਾਣ ਵਾਲੇ ਗੀਤ, ਜਾਂ ਇਵੇਂ ਕਹਿ ਲਈਏ ਕਿ ਆਮ ਤੌਰ ਦੇ ਉੱਤੇ ਜਦੋਂ ਖੁਸ਼ੀ ਦੇ ਗੀਤ ਘਰ ਦੇ ਵਿੱਚ ਉਦੋਂ ਗਾਏ ਜਾਂਦੇ ਨੇ ਜਦੋਂ ਧੀ ਨੂੰ ਜਾਂ ਪੁੱਤ ਨੂੰ ਵਿਆਹੁਣਾ ਹੋਵੇ ਨਾ, ਤੇ ਆਮ ਤੌਰ ਦੇ ਉੱਤੇ ਮਾਹੀਏ ਗਾਏ ਜਾਂਦੇ ਨੇ, ਸੋਹਿਲੇ ਪੜ੍ਹੇ ਜਾਂਦੇ ਨੇ। ਤੇ ਸੋਹਿਲੇ ਪੜ੍ਹਨ ਤੋਂ ਭਾਵ ਹੈ, ਖੁਸ਼ੀ ਦੇ ਗੀਤ ਤੋਂ ਭਾਵ ਹੈ ਕਿ ਹੁਣ ਜੀਵ ਆਤਮਾ ਦੇ ਤੌਰ ਦੇ ਉੱਤੇ ਪਤੀ ਪਤਨੀ ਦੇ ਰੂਪ ਦੇ ਵਿੱਚ ਤੁਹਾਡਾ ਦੋਹਾਂ ਧੀਆਂ ਪੁੱਤਾਂ ਦਾ ਮਿਲਾਪ ਹੋਣਾ ਹੈ। ਤੇ ਉਸ ਸਮੇਂ ਆਮ ਤੌਰ ਦੇ ਉੱਤੇ ਜਦੋਂ ਘਰਾਂ ਦੇ ਵਿੱਚ ਵਿਆਹ ਹੁੰਦਾ ਹੈ, ਸਾਡੇ ਸੱਭਿਆਚਾਰ ਅਨੁਸਾਰ ਕਈ ਵਾਰੀ ਕੀ ਹੁੰਦਾ ਹੈ, ਘਰਾਂ ਦੇ ਵਿੱਚ ਗਾਉਣ ਬਿਠਾਇਆ ਜਾਂਦਾ ਹੈ। ਤੇ ਗਾਉਣ ਬਿਠਾਉਣ ਨੂੰ ਅਸੀਂ ਉਹ ਜਿਹੜਾ ਗੁਰਮਤਿ ਦੇ ਅਨੁਸਾਰ ਸੋਹਿਲੇ ਗਾਉਣਾ ਆਖਿਆ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜਿਹੜਾ ਸੋਹਿਲਾ ਗਾਉਣਾ ਹੈ, ਭਾਵ ਕਿ ਖੁਸ਼ੀ ਦੇ ਜਿਹੜੇ ਗੀਤ ਗਾਉਣੇ ਨੇ, ਉਹ ਆਤਮਿਕ ਆਨੰਦ ਦੇ ਗੀਤ ਆ, ਪਰਮਾਤਮਾ ਨਾਲ ਮਿਲਾਪ ਦੇ ਗੀਤ ਆ। ਜਦੋਂ ਜਿਵੇਂ ਸੰਸਾਰ ਤੌਰ ਦੇ ਉੱਤੇ ਲੜਕੀ ਨੂੰ ਲੜਕੇ ਦੇ ਨਾਲ ਵਿਆਹੁਣ ਦੇ, ਪਤਨੀ ਨੂੰ ਪਤੀ ਦੇ ਘਰ ਵਿੱਚ ਜਾਣ ਦੀ ਖੁਸ਼ੀ ਦੇ ਗੀਤ ਹੈ, ਬਸ ਉਸੇ ਤਰੀਕੇ ਨਾਲ ਜੀਵ ਰੂਪੀ ਅਸੀਂ ਇਸਤਰੀਆਂ ਸੰਸਾਰ ਦੇ ਵਿੱਚ ਜਾਂ ਸਾਡਾ ਪਰਮਾਤਮਾ ਨਾਲ ਜਿਹੜਾ ਮਿਲਾਪ ਦੀ ਅਵਸਥਾ ਹੈ ਨਾ, ਉਹ ਖੁਸ਼ੀ ਦਾ ਗੀਤ ਹੈ। ਉਸ ਸਮੇਂ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਤੇ ਸਾਹਿਬ ਕਹਿਣ ਲੱਗੇ, ਇਹ ਸੋਹਿਲਾ ਸ਼ਬਦ ਸੁਹਾਵਾਂ, ਪਰਮਾਤਮਾ ਦੇ ਜਿਹੜੇ ਗੀਤ ਨਾ, ਪਰਮਾਤਮਾ ਦੀ ਖੁਸ਼ੀ ਦੇ ਜਿਹੜੇ ਗੀਤ ਨਾ, ਉਹ ਸ਼ਬਦ ਦੇ ਦੁਆਰਾ ਹੀ ਸ਼ੁਭਨੀਕ ਬਣਦੇ ਨੇ, ਸ਼ਬਦਾਂ ਦੇ ਦੁਆਰਾ। ਹੁਣ ਕੋਈ ਵੀ ਗੀਤ ਗਾਏਗਾ ਤੇ ਉਹਦੇ ਕੋਈ ਨਾ ਕੋਈ ਸ਼ਬਦ ਤੇ ਹੋਣਗੇ ਹੀ ਨਾ, ਕੋਈ ਨਾ ਕੋਈ ਅੱਖਰ ਜਾਂ ਕੋਈ ਨਾ ਕੋਈ ਬੋਲ ਤੇ ਹੋਣਗੇ ਨਾ, ਕਿਉਂਕਿ ਬਿਨਾਂ ਬੋਲਾਂ ਤੋਂ, ਬਿਨਾਂ ਸ਼ਬਦਾਂ ਤੋਂ, ਬਿਨਾਂ ਅੱਖਰਾਂ ਤੋਂ ਤੇ ਕੋਈ ਖੁਸ਼ੀ ਦਾ ਗੀਤ ਨਹੀਂ ਨਾ ਬਣਨਾ। ਗੀਤ ਬਣਾਉਣ ਵਾਸਤੇ ਕੋਈ ਨਾ ਕੋਈ ਪ੍ਰਕਰਣ ਜ਼ਰੂਰੀ ਹੈ। ਤੇ ਸਾਹਿਬ ਕਹਿਣ ਲੱਗੇ, ਪਰਮਾਤਮਾ ਦੇ ਨਾਲ ਮਿਲਾਪ ਜੇਕਰ ਕਰਨਾ ਹੈ ਤੇ ਤੁਹਾਨੂੰ ਖੁਸ਼ੀ ਦੇ ਨਾਲ ਪਰਮਾਤਮਾ ਦੇ ਗੀਤ ਗਾਉਣੇ ਪੈਣਗੇ, ਪਰਮਾਤਮਾ ਦੀ ਉਸਤਤ ਵਡਿਆਈ ਕਰਨੀ ਪਵੇਗੀ, ਕਿਉਂਕਿ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋਣਾ ਆ ਤੇ ਪਰਮਾਤਮਾ ਦੇ ਉਸਤਤ ਦੇ ਨਾਲ ਜੁੜਨਾ ਪਵੇਗਾ। ਤੇ ਪਰਮਾਤਮਾ ਦੀ ਉਸਤਤ ਕਿਵੇਂ ਕਰਨੀ ਹੈ? ਚਾਹੇ ਉਹ ਕੀਰਤਨ ਦੇ ਰਾਹੀਂ, ਕਥਾ ਦੇ ਰੂਪ ਦੇ ਰਾਹੀਂ, ਜਾਂ ਗੁਰਬਾਣੀ ਪੜ੍ਹ ਕੇ ਜਾਂ ਗੁਰਬਾਣੀ ਸੁਣ ਕੇ, ਇਹ ਪਰਮਾਤਮਾ ਦੀ ਕੀਰਤੀ ਕਰਨੀ ਹੈ। ਤੇ ਉਹ ਕੀਰਤੀ ਕਿਹਨਾਂ ਦੇ ਰਾਹੀਂ ਹੋਣੀ ਹੈ? ਸ਼ਬਦਾਂ ਦੇ ਰਾਹੀਂ। ਬਾਣੀ ਪੜ੍ਹਾਂਗੇ ਤਾਂ ਵੀ ਸ਼ਬਦ ਪੜ੍ਹਨੇ ਪੈਣੇ ਆ, ਕੀਰਤਨ ਕਰਾਂਗੇ ਤਾਂ ਵੀ ਸ਼ਬਦ ਪੜ੍ਹਨੇ ਪੈਣੇ ਆ। ਜਿਵੇਂ ਵੀ ਹੋਵੇਗਾ, ਸ਼ਬਦਾਂ ਦੇ ਨਾਲ ਹੀ ਪਰਮਾਤਮਾ ਦੀ ਉਸਤਤ ਵਡਿਆਈ ਕੀਤੀ ਜਾ ਸਕਦੀ ਹੈ। ਹੁਣ ਸ਼ਬਦ ਕਿਸੇ ਵੀ ਭਾਸ਼ਾ ਦੇ ਵਿੱਚ ਹੋ ਸਕਦੇ ਆ, ਕਿਸੇ ਵੀ ਰੂਪ ਦੇ ਵਿੱਚ ਹੋ ਸਕਦੇ ਆ। ਪਰਮਾਤਮਾ ਨੂੰ ਮਿਲਣ ਦੇ ਵਾਸਤੇ, ਕਿਉਂਕਿ ਪਰਮਾਤਮਾ ਸਾਰੀਆਂ ਬੋਲੀਆਂ ਜਾਣਦਾ ਹੈ। ਹੁਣ ਗੁਰਦੇਵ ਪਾਤਸ਼ਾਹ ਨੇ, ਜੇਕਰ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ, ਤੇ ਗੁਰਬਾਣੀ ਦੇ ਵਿੱਚ ਹੀ ਕੇਵਲ 68 ਭਾਸ਼ਾ ਆਉਂਦੀਆਂ ਨੇ। 68 ਭਾਸ਼ਾ ਦੇ ਦੁਆਰਾ ਗੁਰਬਾਣੀ ਦੇ ਰਾਹੀਂ ਪਰਮਾਤਮਾ ਦੀ ਉਸਤਤ ਵਡਿਆਈ ਕੀਤੀ ਗਈ ਹੈ। ਇੱਥੇ ਜਿਸ ਨੇ ਵੀ ਕੀਤੀ ਹੈ, ਉਹ 35 ਮਹਾਂਪੁਰਖਾਂ ਨੇ, ਭਾਵੇਂ ਉਹ ਭੱਟ ਸਾਹਿਬਾਨ ਸਨ, ਭਾਵੇਂ ਭਗਤ ਸਾਹਿਬਾਨ ਸਨ, ਭਾਵੇਂ ਗੁਰ ਸਿੱਖ ਸਾਹਿਬਾਨ ਸਨ, ਚਾਹੇ ਗੁਰੂ ਸਾਹਿਬਾਨ ਸਨ, ਉਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਉਸਤਤ ਵਡਿਆਈ ਕੀਤੀ, ਉਹਨਾਂ ਸਾਰਿਆਂ ਦੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਅੰਕਿਤ ਕੀਤੀ। ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਇਹ ਸੋਹਿਲਾ ਸ਼ਬਦ ਸੁਹਾਵਾਂ। ਜਦੋਂ ਪਰਮਾਤਮਾ ਨਾਲ ਮਿਲਾਪ ਹੋਣਾ ਤੇ ਪਰਮਾਤਮਾ ਦੇ ਉਸਤਤ ਵਡਿਆਈ ਸੋਹਰੜੇ ਗੀਤ ਗਾਉਣੇ ਸ਼ੁਰੂ ਕਰਾਂਗੇ, ਪਰਮਾਤਮਾ ਦੀ ਵਡਿਆਈ ਗਾਉਣੀ ਸ਼ੁਰੂ ਕਰਾਂਗੇ। ਜਦੋਂ ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕੀਤੀ, ਬਾਣੀ ਪੜ੍ਹਨੀ ਸ਼ੁਰੂ ਕੀਤੀ, ਕੀਰਤਨ ਕਰਨਾ ਸ਼ੁਰੂ ਕੀਤਾ, ਕਥਾ ਕਰਨੀ ਸ਼ੁਰੂ ਕੀਤੀ, ਤੇ ਫਿਰ ਪਰਮਾਤਮਾ ਦੀ ਵਡਿਆਈ ਸ਼ੁਰੂ ਹੋਈ। ਤੇ ਜਦੋਂ ਪਰਮਾਤਮਾ ਦੀ ਵਡਿਆਈ ਸ਼ੁਰੂ ਹੋਈ ਤੇ ਸਾਹਿਬ ਕਹਿਣ ਲੱਗੇ,
ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਸ਼ਬਦ ਦੇ ਦੁਆਰਾ ਹੀ ਜਦੋਂ ਅਸੀਂ ਸੋਹਣੇ ਗੀਤ ਗਾਉਣੇ ਸ਼ੁਰੂ ਕੀਤੇ ਤੇ ਪ੍ਰਮਾਤਮਾ ਨੇ ਫਿਰ ਕੀ ਕੀਤਾ, ਸਾਡੇ ਇੱਕ ਇੱਕ ਬੋਲ ਪ੍ਰਮਾਤਮਾ ਨੇ ਸੁਣਨੇ ਸ਼ੁਰੂ ਕੀਤੇ। ਜਦੋਂ ਪ੍ਰਮਾਤਮਾ ਦੀ ਉਸਤਤ ਕਰਾਂਗੇ, ਪ੍ਰਮਾਤਮਾ ਦੀ ਵਡਿਆਈ ਗਾਉਣੀ ਸ਼ੁਰੂ ਕਰਾਂਗੇ ਤੇ ਪ੍ਰਮਾਤਮਾ ਵੀ ਸਾਡੀ ਫਿਰ ਉਹ ਸੁਣੇਗਾ ਨਾ। ਉਹ ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਬੋਲੇ, ਕਿਸੇ ਵੀ ਰੂਪ ਦੇ ਵਿੱਚ ਕੋਈ ਬੋਲੇ, ਉਹ ਪ੍ਰਮਾਤਮਾ ਸੁਣਦਾ ਹੈ। ਉਹ ਆਮ ਤੌਰ ਦੇ ਉੱਤੇ ਅਸੀਂ ਦੁਨੀਆਦਾਰੀ ਦੀ ਕਹਾਵਤ ਇਹ ਗੱਲ ਕਹਿ ਦਈਦੀ ਹੈ ਨਾ, ਗੂੰਗੇ ਦੀਆਂ ਰਮਜ਼ਾਂ ਗੂੰਗੇ ਦੀ ਮਾਂ ਜਾਣੇ। ਉਹ ਕਿਸੇ ਵੀ ਰੂਪ ਦੇ ਵਿੱਚ ਮਾਂ ਪਰਮਾਤਮਾ ਦਾ ਦੂਸਰਾ ਰੂਪ ਹੈ। ਉਹ ਕਿਸੇ ਵੀ ਰੂਪ ਦੇ ਵਿੱਚ ਉਹ ਆਵਾਜ਼ ਦੇਵੇਗਾ ਉਸ ਦਾ ਪੁੱਤਰ, ਤੇ ਉਹ ਉਹਦੀ ਆਵਾਜ਼ ਸਮਝ ਲਵੇਗੀ ਕਿ ਮੇਰਾ ਪੁੱਤ ਮੈਨੂੰ ਕੀ ਕਹਿਣਾ, ਮੇਰੀ ਧੀ ਮੈਨੂੰ ਕੀ ਕਹਿਣਾ ਚਾਹੁੰਦੀ ਹੈ। ਬਸ ਉਸੇ ਤਰੀਕੇ ਦੇ ਨਾਲ ਜਦੋਂ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਪਵੇਗੀ ਨਾ, ਤੇ ਪ੍ਰਮਾਤਮਾ ਵੀ ਸਾਡੀ ਇੱਕ ਇੱਕ ਗੱਲ, ਇੱਕ ਇੱਕ ਰਮਜ਼ ਦਿਲ ਦੀਆਂ ਉਹ ਜਾਣਨ ਵਾਲਾ ਹੈ। ਤੇ ਉਹ ਸਾਡੀਆਂ, ਸਾਡੇ ਕਹੇ ਹੋਏ, ਸਾਡੇ ਗਾਏ ਹੋਏ ਸ਼ਬਦ ਉਹ ਪ੍ਰਮਾਤਮਾ ਆਪਣੇ ਦਰ ਦੇ ਉੱਤੇ ਪ੍ਰਵਾਨ ਕਰ ਲਵੇਗਾ। ਉਹ ਪ੍ਰਭੂ ਪਰਮਾਤਮਾ ਆਪਣੇ ਦਰ ਦੇ ਉੱਤੇ ਰਮਜ਼ਾਂ ਨੂੰ ਸਮਝ ਲਵੇਗਾ। ਹੁਣ ਸਾਹਿਬ ਕਹਿ ਲਗੇ ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਸਤਿਗੁਰੂ ਦੇ ਦੁਆਰਾ ਜਿਹੜੇ ਸਾਨੂੰ ਸ਼ਬਦ ਦਿੱਤੇ ਗਏ ਨੇ, ਜਦੋਂ ਅਸੀਂ ਉਹ ਪੜ੍ਹਾਂਗੇ ਤੇ ਉਹਨਾਂ ਦਾ ਹੋਰ ਸਾਰਥਕ, ਇੱਕ ਇਨਸਾਨ ਉਹ ਆ ਜਿਹਨੇ ਸ਼ਬਦ ਬਣਾਉਣੇ ਆ। ਇੱਕ ਕੋਈ ਗੀਤ ਗਾਉਣ ਵਾਸਤੇ ਸ਼ਬਦ ਬਣਾਊਗਾ, ਸ਼ਬਦਾਂ ਦੇ ਰਾਹੀਂ ਗਾਊਗਾ, ਫਿਰ ਉਹ ਜਾ ਕੇ ਪਤਾ ਨਹੀਂ ਪ੍ਰਵਾਨ ਹੋਣੇ ਕਿ ਨਹੀਂ ਹੋਣੇ। ਲੇਕਿਨ ਗੁਰੂ ਪਾਤਸ਼ਾਹ ਨੇ ਸਾਨੂੰ ਸ਼ਬਦ ਬਣਾ ਕੇ ਦਿੱਤੇ ਨੇ, ਅਸੀਂ ਤਾਂ ਉਹਨੂੰ ਗਾਉਣਾ ਹੀ ਆ। ਤੇ ਸਾਡਾ ਤੇ ਅੱਧਾ ਕੰਮ ਤੇ ਪਹਿਲਾਂ ਹੋ ਚੁੱਕਾ, ਜਿਹੜਾ ਵੱਡਾ ਕੰਮ ਸੀ ਉਹ ਹੋ ਚੁੱਕਾ। ਬਸ ਅਸੀਂ ਤੇ ਪੜ੍ਹਨਾ ਹੀ ਆ ਜਾਂ ਗਾਉਣਾ ਹੀ ਆ। ਜੇ ਅਸੀਂ ਉਹ ਵੀ ਨਹੀਂ ਕਰ ਸਕਦੇ ਤੇ ਫਿਰ ਸਾਡੇ ਤੋਂ ਇੱਕ ਪਿਓ ਨੇ ਮਿਹਨਤ ਕੀਤੀ ਹੋਵੇ, ਸਾਰਾ ਕੁਝ ਬਣਾਇਆ ਹੋਵੇ, ਪੁੱਤ ਨੇ ਕੇਵਲ ਤੇ ਕੇਵਲ ਸੰਭਾਲਣਾ ਹੀ ਹੋਵੇ, ਜੋ ਉਸ ਨੂੰ ਅੱਗੇ ਵਧਾਉਣਾ ਹੀ ਹੋਵੇ, ਜੇਕਰ ਉਹ ਵੀ ਇਨਸਾਨ ਨਹੀਂ ਕਰ ਸਕਿਆ ਤੇ ਉਹਦੇ ਜਿੰਨਾ ਨਿਕੰਮਾ ਕੌਣ ਹੋ ਸਕਦਾ। ਸਿਰਫ ਕੇਵਲ ਤੇ ਕੇਵਲ ਸਾਹਿਬ ਕਹਿ ਲਗੇ ਤੂੰ ਗਾਇਆ ਕਰ, ਪਰਮਾਤਮਾ ਦੀ ਉਸਤਤ ਵਡਿਆਈ ਕਰਿਆ ਕਰ। ਤੇਰੀ ਕੇਵਲ ਤੇ ਕੇਵਲ ਤੂੰ ਉਸਤਤ ਵਡਿਆਈ ਕਰੇਗਾ ਤੇ ਤੂੰ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਣਾ। ਤੈਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ, ਤੈਨੂੰ ਬਣਾਉਣ ਦੀ ਲੋੜ ਨਹੀਂ, ਹੋਰ ਕੁਛ ਕਰਨ ਦੀ ਲੋੜ ਨਹੀਂ। ਸਿਰਫ ਤੂੰ ਪਰਮਾਤਮਾ ਨੇ ਜਿਹੜੀ ਤੈਨੂੰ ਗੁਰਬਾਣੀ ਦਿੱਤੀ ਆ, ਇਹ ਸੋਹਣੇ ਗੀਤ ਗਾਉਣੇ ਸ਼ੁਰੂ ਕਰ ਦੇ, ਬਾਣੀ ਪੜ੍ਹਨੀ ਸ਼ੁਰੂ ਕਰ ਦੇ, ਤੈਨੂੰ ਮੈਂ ਆਪਣੇ ਆਪ ਤੇਰਾ ਆਤਮਿਕ ਆਨੰਦ ਦੇ ਦੂੰਗਾ। ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹ ਤਿਨਕੈ ਮਨ ਵਸਿਆ, ਜਿਹਨੂੰ ਧੁਰੋਂ ਲਿਖਿਆ ਆਇਆ। ਕਹਿੰਦੇ ਜਦੋਂ ਬਾਣੀ ਪੜ੍ਹੇਗਾ ਨਾ ਤੇ ਇਹ ਤੇਰੇ ਮਨ ਦੇ ਵਿੱਚ ਵਸਦੀ ਜਾਊਗੀ। ਜਿਉਂ-ਜਿਉਂ ਬਾਣੀ ਪੜ੍ਹੇਗਾ ਤੇਰੇ ਜੀਵਨ ਦੇ ਵਿੱਚ ਆਤਮਿਕ ਆਨੰਦ ਆਉਂਦਾ ਜਾਊਗਾ। ਜਿਉਂ-ਜਿਉਂ ਜੀਵਨ ਦੇ ਵਿੱਚ ਆਤਮਿਕ ਆਨੰਦ ਆਵੇਗਾ, ਹਿਰਦੇ ਵਿੱਚ ਠੰਡ ਪੈਂਦੀ ਜਾਊਗੀ। ਹਿਰਦੇ ਵਿੱਚ ਜਿਵੇਂ ਬਰਸਾਤ ਹੋ ਰਹੀ ਹੋਵੇ, ਜੇਕਰ ਤੇ ਮੀਂਹ ਪਿਆ ਰੋੜ ਦਾ, ਮੀਂਹ ਪੈ ਗਿਆ, ਧੁੱਪ ਲੱਗ ਗਈ, ਫਿਰ ਭੜਾਸ ਮਾਰ ਜਾਣਾ। ਜੇਕਰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਰਿਹਾ ਤੇ ਉਹਨੇ ਭੜਾਸ ਵੀ ਨਹੀਂ ਮਾਰਨੀ ਤੇ ਜ਼ਮੀਨ ਦੇ ਅੰਦਰ ਜ਼ਿਆਦਾ ਸਮਾਉਣਾ ਆ ਤੇ ਨਾਲ ਠੰਡ ਵੀ ਕਰ ਦੇਣੀ ਹੈ, ਮੌਸਮ ਵੀ ਠੰਡਾ ਕਰ ਦੇਣਾ। ਬਸ ਉਸੇ ਤਰੀਕੇ ਦੇ ਨਾਲ ਬਾਣੀ ਜਿਹੜੀ ਹੈ ਉਹ ਹਟਦੀ ਬਾਣੀ ਨਹੀਂ ਹੈ, ਰੋੜ ਦੀ ਬਾਣੀ ਨਹੀਂ ਹੈ ਜਾਂ ਛਰਾਟੇ ਦੀ ਬਾਣੀ ਨਹੀਂ ਪੜ੍ਹਨੀ। ਬਾਣੀ ਪੜ੍ਹਨੀ ਹੈ ਆਨੰਦ ਦੇ ਨਾਲ। ਰੋਜ਼ ਬਾਣੀ ਪੜ੍ਹਾਂਗੇ, ਰੋਜ਼ ਮੀਂਹ ਪਾਵਾਂਗੇ ਹਿਰਦੇ ਦੇ ਵਿੱਚ, ਕਦੀ ਤੇ ਕਦੀ ਠੰਡਾ ਹੋਊਗਾ ਹੀ ਨਾ। ਕਬੀਰ ਕੇਸ਼ੋ ਕੇਸ਼ੋ ਕੂਕੀਐ ਨਾ ਸੋਈਆ ਸਾਰ, ਰਾਤ ਦਿਵਸ ਕੇ ਕੂਕਨੀ ਕਬਹੂ ਕੇ ਸੁਨੇ ਪੁਕਾਰ। ਕਦੀ ਤੇ ਕਦੀ ਪੁਕਾਰ ਸੁਣੂਗਾ ਹੀ ਨਾ।
ਜਦੋਂ ਰੋਜ਼ ਹਿਰਦੇ ਦੇ ਵਿੱਚ ਰੱਬੀ ਮੀਂਹ ਪਾਵਾਂਗੇ, ਰੱਬੀ ਗੁਣ ਗਾਵਾਂਗੇ, ਜਦੋਂ ਰੋਜ਼ ਅੰਮ੍ਰਿਤ ਵੇਲੇ ਸੰਧਿਆ ਵੇਲੇ ਨਿਤਨੇਮ ਦੀਆਂ ਬਾਣੀਆਂ ਪੜ੍ਹਾਂਗੇ, ਸਮਾਂ ਮਿਲੇ ਤੇ ਸਹਿਜ ਪਾਠ ਕਰਾਂਗੇ, ਬਾਣੀ ਪੜ੍ਹਦਿਆਂ ਹਿਰਦੇ ਦੇ ਵਿੱਚ ਸਹਿਜ ਟਿਕਾਊ ਆਨੰਦ ਬਣ ਆਵੇਗਾ। ਇਹ ਤਿਨਕੈ ਮਨ ਵਸਿਆ, ਮਨ ਤੋਂ ਨੰਨੇ ਦੇ ਸਿਹਾਰੀ ਪਾ ਕੇ ਮਨ ਦੇ ਵਿੱਚ ਜਿਨ੍ਹਾਂ ਦੇ ਵਸ ਜਾਂਦਾ ਹੈ, ਜਿਹਨੂੰ ਧੁਰੋਂ ਲਿਖਿਆ ਆਇਆ। ਹੁਣ ਇੱਕ ਗੱਲ ਹੈ, ਸਾਡੇ ਜੀਵਨ ਦੇ ਦੋ ਤਰ੍ਹਾਂ ਦੇ ਕਰਮ ਹੈ। ਇੱਕ ਕਰਮ ਅਸੀਂ ਧੁਰ ਦਰਗਾਹ ਤੋਂ ਲਿਖਾ ਕੇ ਆਉਂਦੇ ਹਾਂ, ਮਰਨ ਲਿਖਾਏ ਮੰਡਲ ਮੈਂ ਆਏ। ਧੁਰ ਦਰਗਾਹ ਦੇ ਉੱਤੋਂ ਅਸੀਂ ਕਰਮ ਲਿਖਾ ਕੇ ਆਏ ਹਾਂ। ਇੱਕ ਅਸੀਂ ਕਰਮ ਸੰਸਾਰ ਦੇ ਵਿੱਚ ਕਰਦੇ ਹਾਂ। ਸੰਸਾਰ ਦੇ ਵਿੱਚ ਪਰਮਾਤਮਾ ਦੇ ਦੱਸੇ ਹੋਏ ਕਰਮਾਂ ਦੇ ਅਨੁਸਾਰ ਕਰਦੇ ਹਾਂ ਅਸੀਂ ਆਮ ਤੌਰ ਦੇ ਉੱਤੇ। ਲੇਕਿਨ ਜੇਕਰ ਪੂਰਨ ਗੁਰੂ ਸਾਨੂੰ ਮਿਲ ਜਾਵੇ, ਪੂਰਨ ਗੁਰੂ ਦੇ ਸਿਰ ਦੇ ਉੱਤੇ ਜਾਂ ਉਹਦੀ ਸਿੱਖਿਆ ਦੇ ਅਨੁਸਾਰ ਚੱਲ ਜਾਈਏ, ਚੱਲਣਾ ਸ਼ੁਰੂ ਕਰ ਦਈਏ, ਤੇ ਜੇਕਰ ਗੁਰੂ ਦੀ ਦੱਸੀ ਹੋਈ ਮੱਤ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ, ਪੂਰਬਲੇ ਲਿਖੇ ਜਿਹੜੇ ਕਰਮ ਨੇ ਉਹ ਆਮ ਤੌਰ ਦੇ ਉੱਤੇ ਨਹੀਂ ਬਦਲ ਸਕਦੇ। ਲੇਖ ਨਾ ਲਿਖਿਆ ਹੈ ਸਕੀ ਜੋ ਲਿਖਿਆ ਕਰਤਾਰ, ਲੇਖ ਬਦਲ ਨਹੀਂ ਸਕਦੇ। ਲੇਕਿਨ ਜੇਕਰ ਪੂਰਨ ਗੁਰੂ ਦੇ ਚਰਨਾਂ ਦੇ ਨਾਲ ਲੱਗ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਸ਼ੁਰੂ ਕਰ ਦਈਏ, ਤੇ ਗੁਰੂ ਕੀ ਕਰਦਾ, ਗੁਰੂ ਦੇ ਵਿੱਚ ਇਹ ਸਮਰੱਥਾ ਆ ਕਿ ਉਹ ਲੇਖ ਵੀ ਬਦਲ ਸਕਦਾ ਹੈ। ਗੁਰੂ ਦੇ ਵਿੱਚ ਇਹ ਪੂਰਨ ਤੌਰ ਦੇ ਉੱਤੇ ਸਮਰੱਥਾ ਆ ਕਿ ਉਹ ਸਾਡੇ ਲੇਖਾਂ ਨੂੰ ਵੀ ਤਬਦੀਲ ਕਰ ਸਕਦਾ ਹੈ। ਜੇਕਰ ਜੀਵਨ ਦੇ ਵਿੱਚ ਦੁੱਖ ਲਿਖੇ ਨੇ ਤੇ ਲੇਖਾਂ ਦੇ ਵਿੱਚ ਸਮਰੱਥਾ, ਗੁਰੂ ਦੇ ਵਿੱਚ ਸਮਰੱਥਾ ਹੈ, ਕਿਉਂਕਿ ਉੱਥੇ ਵੀ ਲਿਖਣ ਵਾਲਾ ਉਹੀ ਹੈ ਤੇ ਇੱਥੇ ਵੀ ਲਿਖਣ ਵਾਲਾ ਉਹੀ ਹੈ। ਜੇ ਸਾਡੇ ਕਰਮਾਂ ਦੀ ਬਿਰਤੀ ਅੱਛੀ ਹੋਵੇਗੀ, ਚੰਗੀ ਹੋਵੇਗੀ, ਤੇ ਸਾਡੇ ਲੇਖ ਬਦਲ ਸਕਦੇ ਨੇ। ਦੇਖੋ, ਇਤਿਹਾਸ ਦੀ ਉਹੀ ਘਟਨਾ ਆਪ ਜੀ ਨੇ ਬਹੁਤ ਵਾਰ ਸੁਣੀ ਵੀ ਹੋਵੇਗੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਦੇ ਉੱਤੇ, ਅੰਮ੍ਰਿਤਸਰ ਦੇ ਧਰਤੀ ਦੇ ਉੱਤੇ ਮਾਤਾ ਸੁਲੱਖਣੀ ਆਈ, ਬੀਬੀ ਸੁਲੱਖਣੀ ਆਈ, ਤੇ ਉਹਨੇ ਆਣ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਔਲਾਦ ਨਹੀਂ ਹੈ, ਮੈਨੂੰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰੋ। ਕਿਉਂਕਿ ਉਹਦੀ ਗੁਆਂਢਣ ਨੇ, ਉਹਦੇ ਪਿੰਡ ਵਾਲੇ ਕਿਸੇ ਸਿਆੜਿਆਂ ਨੇ ਇਹ ਗੱਲ ਆਖੀ ਸੀ ਕਿ ਗੁਰੂ ਨਾਨਕ ਦੇ ਦਰ ਦੇ ਉੱਤੇ ਜਾ, ਉੱਥੋਂ ਕੋਈ ਖਾਲੀ ਨਹੀਂ ਆਉਂਦਾ, ਜਿਹੜਾ ਵੀ ਜਾਂਦਾ ਝੋਲੀਆਂ ਭਰ ਕੇ ਆਉਂਦਾ ਹੈ। ਤੇ ਉਹ ਆਣ ਕੇ ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਧੀ ਜਾਂ ਪੁੱਤ ਦੀ ਕੋਈ ਔਲਾਦ ਨਹੀਂ ਹੈ, ਰਹਿਮਤ ਕਰੋ ਮੇਰੀ ਝੋਲੀ ਦੇ ਵਿੱਚ ਧੀ ਪੁੱਤ ਦੀ ਔਲਾਦ ਪਾ ਦਿਓ। ਸੱਚੇ ਪਾਤਸ਼ਾਹ ਨੇ ਮਸਤਕ ਦੇ ਵੱਲ ਵੇਖਦਿਆਂ ਹੋਇਆਂ ਕਿਹਾ ਕਿ ਧੀਏ ਤੇਰੇ ਕਰਮਾਂ ਦੇ ਵਿੱਚ ਧੀ ਜਾਂ ਪੁੱਤ ਦੀ ਔਲਾਦ ਨਹੀਂ ਹੈਗੀ। ਰੋਂਦੀ ਹੋਈ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜਦੋਂ ਹਰਿਮੰਦਰ ਦੀ ਧਰਤੀ ਤੋਂ ਬਾਹਰ ਨਿਕਲ ਕੇ ਆਈ ਨਾ, ਅੱਖਾਂ ਦੇ ਵਿੱਚ ਹੰਝੂ ਆ, ਨਿਰਾਸ਼ਤਾ ਲੈ ਕੇ ਜਦੋਂ ਤੁਰਦੀ ਪਈ, ਆਉਂਦੀ ਪਈ ਰਸਤੇ ਦੇ ਵਿੱਚ ਧੰਨ ਬਾਬਾ ਬੁੱਢਾ ਜੀ ਮਿਲ ਪਏ ਨੇ ਸਰੋਵਰ ਦੇ ਕੰਢੇ ਦੇ ਉੱਤੇ। ਬਾਬਾ ਬੁੱਢਾ ਜੀ ਨੇ ਪੁੱਛ ਕੀਤੀ ਕਿ ਧੀਏ, ਤੇ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਵੀ ਕੋਈ ਆਉਂਦਾ, ਕੋਈ ਰੋਂਦਾ ਇੱਥੋਂ ਜਾਂਦਾ ਨਹੀਂ ਆ, ਤੂੰ ਕਿਉਂ ਰੋਂਦੀ, ਕਿਉਂ ਜਾਂਦੀ ਪਈ ਆ, ਖਾਲੀ ਕਿਉਂ ਜਾਂਦੀ ਪਈ ਆ? ਕਹਿਣ ਲੱਗੀ, ਇਸ ਤਰੀਕੇ ਨਾਲ ਮੈਨੂੰ ਕਿਸੇ ਨੇ ਦੱਸਿਆ ਸੀ, ਦੱਸ ਪਾਈ ਸੀ ਕਿ ਗੁਰੂ ਨਾਨਕ ਦੇ ਦਰੋਂ ਘਰੋਂ ਕੋਈ ਵੀ ਝੋਲੀ ਖਾਲੀ ਨਹੀਂ ਜਾਂਦੀ, ਲੇਕਿਨ ਮੈਂ ਅੱਜ ਖਾਲੀ ਜਾ ਰਹੀ ਹਾਂ। ਕਹਿਣ ਲੱਗੇ, ਸਤਿਗੁਰਾਂ ਨੇ ਇਹ ਗੱਲ ਆਖੀ ਹੈ ਕਿ ਤੇਰੇ ਲੇਖਾਂ ਦੇ ਵਿੱਚ ਪੁੱਤਰ ਨਾਂ ਦੀ ਲਕੀਰ ਨਹੀਂ ਹੈ। ਤੇ ਬਾਬਾ ਬੁੱਢਾ ਜੀ ਨੇ ਜੁਗਤੀ ਦੱਸੀ। ਕਹਿਣ ਲੱਗੇ, ਜੇ ਸਤਿਗੁਰਾਂ ਨੇ ਇਹ ਗੱਲ ਆਖੀ ਹੈ ਤੇ ਉਹਨਾਂ ਕੁਝ ਸੋਚ ਸਮਝ ਕੇ ਆਖੀ ਹੋਵੇਗੀ। ਤੂੰ ਇਸ ਤਰ੍ਹਾਂ ਕਰੀ ਕਿ ਗੁਰੂ ਦੇ ਦਰ ਦੇ ਉੱਤੇ ਸਵੇਰੇ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਣਗੇ, ਕਾਗਜ਼ ਕਲਮ ਦੁਆਤ ਲੈ ਕੇ ਆਈ, ਤੇ ਨਾਲ ਇਹ ਗੱਲ ਆਖੀ ਕਿ ਸਤਿਗੁਰੂ ਜੀ, ਜੇਕਰ ਮੇਰੀ ਤੱਤੜੀ ਕੋਲੋਂ ਕੋਈ ਭੁੱਲ ਹੋ ਗਈ ਹੈ, ਉੱਥੇ ਲੇਖ ਲਿਖਾਉਣ ਦੇ ਵਿੱਚ ਭੁੱਲ ਹੋ ਗਈ, ਕਿਰਪਾ ਕਰੋ, ਉੱਥੇ ਲੇਖ ਲਿਖਣ ਵਾਲੇ ਵੀ ਤੁਸੀਂ ਹੋ, ਇੱਥੇ ਲੇਖ ਲਿਖਣ ਵਾਲੇ ਵੀ ਤੁਸੀਂ ਹੋ। ਜੇ ਮੇਰੇ ਕੋਲ ਉੱਥੇ ਲਿਖਾਉਣ ਵਿੱਚ ਭੁੱਲ ਹੋ ਗਈ ਤੇ ਤੁਸੀਂ ਇੱਥੇ ਲਿਖ ਦਿਓ। ਜਦੋਂ ਇਹ ਗੱਲ ਹੋਈ, ਅਗਲੇ ਦਿਨ ਬਸ ਜੁਗਤੀ ਵਰਤੀ। ਬਾਬਾ ਬੁੱਢਾ ਜੀ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ। ਗੁਰਦੇਵ ਪਾਤਸ਼ਾਹ ਘੋੜੇ ਦੇ ਉੱਤੇ ਜਦੋਂ ਸਵਾਰ ਹੋ ਕੇ
ਬਾਹਰ ਨਿਕਲਦੇ ਪਏ ਸਨ ਤੇ ਉਸਨੇ ਘੋੜੇ ਦੀ ਵਾਗ ਫੜ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਦਰ ਤੇ ਜਾਣੇ ਜਾਣ ਸਤਿਗੁਰੂ ਜੀ ਕਹਿਣ ਲੱਗੇ, ਕੱਲ੍ਹ ਵੀ ਧੀਏ ਤੈਨੂੰ ਆਖਿਆ ਸੀ ਕਿ ਤੇਰੇ ਲੇਖਾਂ ਦੇ ਵਿੱਚ ਪੁੱਤਰ ਨਹੀਂ ਹੈ ਤੇ ਤੂੰ ਅੱਜ ਫਿਰ ਆ ਗਈ ਹੈ। ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੀ ਤੱਤੜੀ ਕੋਲੋਂ ਭੁੱਲ ਹੋ ਗਈ। ਮੇਰੀ ਇਹ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਉੱਥੇ ਵੀ ਲੇਖ ਲਿਖਣ ਵਾਲੇ ਵੀ ਤੁਸੀਂ ਹੋ, ਇੱਥੇ ਵੀ ਲੇਖ ਲਿਖਣ ਵਾਲੇ ਹੋ ਤੁਸੀਂ ਹੋ। ਮੇਰੇ ਕੋਲੋਂ ਉੱਥੋਂ ਲਿਖਾਉਣ ਦੇ ਵਿੱਚ ਭੁੱਲ ਹੋ ਗਈ। ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਇੱਥੇ ਲੇਖਾਂ ਦੇ ਵਿੱਚ ਕੋਈ ਇਹੋ ਜਿਹੀ ਰੇਖ ਚਮੇਖ ਮਾਰ ਦਿਓ, ਮੇਰੇ ਘਰ ਔਲਾਦ ਹੋ ਜਾਵੇ। ਸੱਚੇ ਪਾਤਸ਼ਾਹ ਨੇ ਕਾਗਜ਼ ਕਲਮ ਦੁਆਤ ਲਿਆ ਤੇ ਉੱਥੇ ਉਸਨੇ ਇੱਕ ਦੀ ਮੰਗ ਕੀਤੀ ਸੀ, ਸਤਿਗੁਰਾਂ ਨੇ 7 ਪੁੱਤਰਾਂ ਦੀ ਦਾਤ ਦੇ ਦਿੱਤੀ। ਕਹਿਣ ਤੋਂ ਭਾਵ ਕਿ ਗੁਰੂ ਦੇ ਵਿੱਚ ਸਮਰੱਥਾ ਹੈ, ਗੁਰੂ ਲੇਖ ਬਦਲ ਸਕਦਾ ਹੈ। ਤੇ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਜੇਕਰ ਅਸੀਂ ਲੇਖਾਂ ਨੂੰ ਤਬਦੀਲ ਕਰਨ ਦੇ ਵਾਸਤੇ ਆਉਂਦੇ ਹਾਂ ਨਾ, ਗੁਰੂ ਉਹ ਵੀ ਕਰ ਦਿੰਦਾ ਹੈ। ਤੇ ਸਾਹਿਬ ਉਹੀ ਗੱਲ ਸਾਨੂੰ ਸਮਝਾਉਣ ਲੱਗੇ ਕਿ ਇਹ ਤਿੰਨ ਕਹਿ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ, ਜਿਹੜਾ ਧੁਰ ਦਰਗਾਹ ਦੇ ਉੱਤੋਂ ਲੇਖ ਲਿਖਾ ਕੇ ਆਇਆ ਹੁੰਦਾ ਆ, ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸਿਆ ਪਿਆ ਹੁੰਦਾ ਹੈ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਸੰਸਾਰ ਦੇ ਵਿੱਚ ਇੱਕ ਅੰਨੇ ਬੋਲੇ ਹੋ ਕੇ ਤੁਰੇ ਫਿਰਦੇ ਆ, ਇੱਕ ਫਿਰੇ ਘਨੇਰੇ ਕਰੇ ਗੱਲਾਂ, ਦੁਨੀਆ ਦੀਆਂ ਬੜੀਆਂ ਗੱਲਾਂ ਬਾਤਾਂ ਕਰਦੇ ਨੇ, ਲੇਕਿਨ ਜਦੋਂ ਪਰਮਾਤਮਾ ਦਾ ਨਾਮ ਸਲਾਹੁਣ ਦੀ ਗੱਲ ਆਉਂਦੀ ਹੈ, ਪਰਮਾਤਮਾ ਦੀ ਗੱਲ ਕਰਨ ਦੀ ਜੀਵਨ ਦੇ ਵਿੱਚ ਗੱਲ ਆਉਂਦੀ ਹੈ, ਬਾਣੀ ਪੜ੍ਹਨ ਦੀ ਜਾਂ ਸੁਣਨ ਦੀ ਗੱਲ ਜੀਵਨ 'ਚ ਆਉਂਦੀ ਹੈ, ਤੇ ਉਸੇ ਵੇਲੇ ਉਹ ਟਰਕਾਉਂਦੇ ਨੇ। ਤੁਸੀਂ ਆਮ ਤੌਰ ਦੇ ਉੱਤੇ ਦੇਖਿਆ ਹੋਵੇਗਾ ਕਿ ਜੇਕਰ ਅਸੀਂ ਕਿਸੇ ਬਹਿਣਾ ਹੋਵੇ, ਕਿਤੇ ਬੈਠੇ ਹੋਈਏ, ਸਾਰੀ ਦਿਹਾੜੀ ਭਾਵੇਂ ਬੈਠੇ ਗੱਪਾਂ ਮਾਰੀ ਜਾਈਏ, ਚੱਖਾਂ ਮਾਰੀ ਜਾਈਏ, ਜੇਕਰ ਕਿਤੇ ਆਖੀਏ ਨਾ ਕਿ ਗੁਰਦੁਆਰੇ ਆ ਜਾਓ, ਨਾ ਜੀ ਸਮਾਂ ਹੀ ਨਹੀਂ ਹੈਗਾ, ਟਾਈਮ ਨਹੀਂ ਲੱਗਦਾ। ਭਾਵੇਂ ਸਾਰੀ ਦਿਹਾੜੀ ਕਿਤੇ ਬਹਿ ਕੇ ਮੋੜ 'ਤੇ ਬਹਿ ਕੇ ਸਾਰੀ ਦਿਹਾੜੀ ਗੱਲਾਂ ਕਰਦੇ ਰਹੀਏ, ਲੇਕਿਨ ਜਦੋਂ ਕਿਤੇ ਰੱਬ ਦੇ ਨਾਂ ਦੀ ਲੈਣ ਦੀ ਗੱਲ ਆਉਂਦੀ ਹੈ, ਉਦੋਂ ਟਾਈਮ ਹੀ ਨਹੀਂ ਹੈਗਾ, ਸਮਾਂ ਹੀ ਨਹੀਂ ਸਾਡੇ ਕੋਲ ਹੈਗਾ, ਕਿਉਂਕਿ ਉਹ ਮਨਮੁਖ ਬਿਰਤੀ ਹੈ ਨਾ। ਜਦੋਂ ਜਿੰਨੀ ਦੇਰ ਤੱਕ ਪਰਮਾਤਮਾ ਨੇ ਰਹਿਮਤ ਨਹੀਂ ਕੀਤੀ, ਉਨੀ ਦੇਰ ਤੱਕ ਅਸੀਂ ਪਰਮਾਤਮਾ ਦਾ ਨਾਮ ਹੀ ਨਹੀਂ ਜਪ ਸਕਦੇ। ਪਰਮਾਤਮਾ ਰਹਿਮਤ ਕਰਦਾ ਹੈ ਤਾਂ ਹੀ ਨਾਮ ਜਪਿਆ ਜਾ ਸਕਣਾ, ਤਾਂ ਹੀ ਗੁਰੂ ਦੇ ਦਰ ਦੇ ਉੱਤੇ ਆਇਆ ਜਾ ਸਕਣਾ ਹੈ। ਜੇਕਰ ਸਾਰੇ ਗੁਰੂ ਦੇ ਦਰ ਦੇ ਉੱਤੇ ਆ ਗਏ ਤਾਂ ਫਿਰ ਤੇ ਸਾਰੇ ਗੁਰਮੁਖ ਬਣ ਜਾਣੇ ਨੇ, ਮਨਮੁਖ ਰਹਿਣਾ ਕਿਸੇ ਨੇ ਨਹੀਂ ਹੈ। ਇਹ ਕਰਕੇ ਜਿਹਦੇ ਉੱਤੇ ਗੁਰੂ ਰਹਿਮਤ ਕਰਦਾ ਹੈ, ਉਹੀ ਗੁਰੂ ਦੇ ਦਰ ਦੇ ਉੱਤੇ ਉੱਠ ਕੇ ਆ ਸਕਦਾ ਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਜਿੰਨੀਆਂ ਮਰਜ਼ੀ ਦੁਨੀਆਦਾਰੀ ਗੱਲਾਂ ਕਰੀ ਜਾਈਏ, ਬੋਲ ਕੇ ਜ਼ੁਬਾਨ ਥੱਕ ਜਾਵੇ, ਸਾਰੀ ਉਮਰ ਬੋਲੀ ਜਾਈਏ, ਬੋਲਣ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਪਰਮਾਤਮਾ ਮਿਲਣਾ ਪਰਮਾਤਮਾ ਦੀ ਉਸਤਤ ਵਡਿਆਈ ਦੇ ਨਾਲ। ਜਦੋਂ ਅਸੀਂ ਪਰਮਾਤਮਾ ਦੀ ਉਸਤਤ ਵਡਿਆਈ ਕਰਾਂਗੇ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋਣੀ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਦਾਸ ਨਾਨਕ ਕਹਿੰਦੇ ਪਏ ਨੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਹੋਇਆਂ ਬਚਨ ਕਹਿਣ ਲੱਗੇ, ਜੇਕਰ ਆਤਮਿਕ ਆਨੰਦ ਚਾਹੁੰਦਾ ਹੈ ਨਾ, ਕਹੇ ਨਾਨਕ ਸ਼ਬਦ ਸੋਹਿਲਾ, ਗੁਰਬਾਣੀ ਪੜ੍ਹਿਆ ਕਰ। ਗੁਰਬਾਣੀ ਜਿਹੜੇ ਆ ਖੁਸ਼ੀ ਦੇ ਗੀਤ ਨੇ, ਆਤਮਿਕ ਆਨੰਦ ਦੇਣ ਵਾਲੇ ਗੀਤ ਨੇ। ਜਦੋਂ ਪਰਮਾਤਮਾ ਦੀ ਬਾਣੀ ਪੜ੍ਹੇਗਾ, ਪੜ੍ਹਦਾ ਜਾਏਗਾ, ਪੜ੍ਹਦੇ ਹਾਂ ਕਿ ਉਹਨੂੰ ਸਮਝ ਲੱਗਣੀ ਸ਼ੁਰੂ ਹੋਊਗੀ। ਜਦੋਂ ਸਮਝ ਲੱਗਣੀ ਸ਼ੁਰੂ ਹੋਈ, ਗੁਰੂ ਆਖਦਾ ਕੀ ਹੈ, ਸਤਿਗੁਰੂ ਸੁਣਾਇਆ। ਜਦੋਂ ਗੁਰੂ ਨੇ ਸੁਣਾਉਣਾ ਸ਼ੁਰੂ ਕਰ ਦਿੱਤਾ, ਭਾਵ ਕਿ ਉਹਦੇ ਵਿੱਚੋਂ ਬਾਣੀ ਪੜ੍ਹਦੇ ਆਨੰਦ ਆਉਣਾ ਸ਼ੁਰੂ ਹੋਇਆ, ਆਤਮਿਕ ਆਨੰਦ ਆਉਣਾ ਸ਼ੁਰੂ ਹੋਇਆ। ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਜਦੋਂ ਸਤਿਗੁਰੂ ਦੇ ਦੁਆਰਾ ਸੁਣਨ ਦੀ ਜਾਚ ਆ ਗਈ, ਜਦੋਂ ਪਰਮਾਤਮਾ ਦੇ ਬੋਲਾਂ ਨੂੰ ਹਿਰਦੇ ਦੇ ਵਿੱਚ ਸੁਣਨਾ ਸ਼ੁਰੂ ਹੋ ਗਿਆ, ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਸ਼ੁਰੂ ਕਰ ਦਿੱਤਾ,
ਅਸੀਂ ਤਾਂ ਧਿਆਨ ਦੀ ਗੱਲ ਕੀਤੀ ਹੈ। ਧਿਆਉਂਦਿਆਂ ਜੀਵਨ ਨੂੰ ਆਨੰਦ ਆਉਣਾ ਸ਼ੁਰੂ ਹੋਵੇਗਾ। ਜਦੋਂ ਪਰਮਾਤਮਾ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਤੇ ਜੀਵਨ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋਇਆ। ਤੇ ਜਦੋਂ ਜੀਵਨ ਦੇ ਅੰਦਰ ਕਮਾਉਣਾ ਸ਼ੁਰੂ ਕਰ ਦਿਆਂਗੇ ਫਿਰ ਕਿੰਨਾ ਕੁ ਆਨੰਦ ਆਵੇਗਾ, ਫਿਰ ਕਿੰਨੀ ਕੁ ਬਿਰਤੀ ਬਣੂਗੀ, ਫਿਰ ਕਿਹੋ ਜਿਹੀ ਜੀਵਨ 'ਚ ਅਵਸਥਾ ਬਣੂਗੀ। ਤੇ ਜਦੋਂ ਬਾਣੀ ਸੁਣਾਂਗੇ ਨਾ, ਤੇ ਸੁਣਨ ਦੇ ਨਾਲ ਕੀ ਹੁੰਦਾ ਆ, ਜੀਵਨ ਦੇ ਅੰਦਰ ਪਵਿੱਤਰਤਾ ਆਉਂਦੀ ਆ। ਭਾਵ ਕਿ ਸੁਣਨ ਦੇ ਨਾਲ ਮਨ ਦੀ ਮੈਲ ਲੈਣੀ ਆ। ਸਾਹਿਬ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਕਿਵੇਂ ਪਵਿੱਤਰ ਹੋਇਆ ਜਾਣਾ ਬਾਣੀ ਸੁਣ ਕੇ, ਉਹਦੀ ਵਿਚਾਰ ਕੱਲ੍ਹ ਦੇ ਦੀਵਾਨ ਦੇ ਅੰਦਰ ਕੀਤੀ ਜਾਵੇਗੀ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ, ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ। ਸਤਿਗੁਰੂ ਪ੍ਰਸਾਦ।